ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਦੇ ਸ਼ੋਅ ਦੇ ਵਿੱਚ ਇੱਕ ਬਹੁਤ ਹੀ ਖਾਸ ਮੁੱਦੇ ਤੇ ਗੱਲ ਕਰਾਂਗੇ। ਜੇ ਗੱਲ ਕਰੀਏ ਕੈਨੇਡਾ ਤੋਂ ਰਿਜੈਕਸ਼ਨ ਦੇ ਜਿਹੜੇ ਟੌਪ ਰੀਜ਼ਨ, ਤਾਂ ਸਭ ਤੋਂ ਜ਼ਿਆਦਾ ਜਿਹੜੇ ਪ੍ਰੋਮੀਨੈਂਟ ਰੀਜ਼ਨਸ ਨੇ ਉਹਦੇ ਵਿੱਚ SOP ਗਲਤ ਤਰੀਕੇ ਨਾਲ ਲਗਾਉਣਾ ਹੁੰਦਾ। ਉਹਦੇ ਕਰਕੇ ਬਹੁਤ ਸਾਰੇ ਸਟੂਡੈਂਟ ਬਾਕੀ ਸਾਰੇ ਪੈਰਾਮੀਟਰਸ ਠੀਕ ਹੋਣ ਦੇ ਬਾਵਜੂਦ ਵੀ ਕਈ ਵਾਰੀ ਰਿਜੈਕਸ਼ਨ ਫੇਸ ਕਰਦੇ ਨੇ। ਸੋ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ। SOP 'ਚ ਕਿਹੜੀਆਂ ਦਿੱਕਤਾਂ ਸਟੂਡੈਂਟਸ ਵੱਲੋਂ ਜਾਂ ਉਹਨਾਂ ਦੇ ਕੰਸਲਟੈਂਟ ਵੱਲੋਂ ਹੋ ਜਾਂਦੀਆਂ ਨੇ, ਜਿਹਦੇ ਕਰਕੇ ਇੱਕ ਬਹੁਤ ਬ੍ਰਾਈਟ ਸਟੂਡੈਂਟ ਜਿਹੜਾ ਕਿ ਬੜੀ ਈਜ਼ੀਲੀ ਵੀਜ਼ਾ ਹਾਸਲ ਕਰ ਸਕਦਾ ਸੀ, ਉਹਨੂੰ ਰਿਫਿਊਜ਼ਲ ਮਿਲ ਜਾਂਦੀ ਹੈ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਅੱਜ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ ਸਵਾਗਤ। ਥੈਂਕ ਯੂ ਦੀਪਕ ਜੀ, ਔਰ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਗਪ੍ਰੀਤ ਜੀ, ਕਿੰਨੇ ਕੁ % ਤੁਸੀਂ ਦੇਖਦੇ ਹੋ ਕਿ SOP ਕਰਕੇ ਰਿਫਿਊਜ਼ਲ ਆ ਜਾਂਦੀ ਹੈ, ਤੇ ਕਿਵੇਂ ਉਹਦੇ ਤੋਂ ਬਚਿਆ ਜਾ ਸਕਦਾ? ਕੀ ਗਲਤੀਆਂ ਕਰ ਦਿੰਦੇ ਨੇ ਸਟੂਡੈਂਟ ਜਾਂ ਕੰਸਲਟੈਂਟ SOP ਦੇ ਵਿੱਚ? ਬਿਲਕੁਲ ਦੀਪਕ ਜੀ, ਕੈਨੇਡਾ ਨੂੰ ਲੈ ਕੇ ਜਦੋਂ ਆਪਾਂ ਐਟ ਪ੍ਰੈਜ਼ੈਂਟ ਇਸ ਸਿਨੈਰੀਓ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਨਾਰਮਲੀ ਅਪਡੇਟਸ ਨੂੰ ਲੈ ਕੇ ਗੱਲ ਹੁੰਦੀ ਹੈ, ਬਟ ਨਾਲ ਦੀ ਨਾਲ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦੇ ਉੱਤੇ ਵੀ ਆਪਾਂ ਨੂੰ ਡਿਸਕਸ਼ਨਸ ਜਿਹੜੀਆਂ ਕਰਨੀਆਂ ਚਾਹੀਦੀਆਂ, ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਹਰ ਇੱਕ ਸਟੂਡੈਂਟ ਦੇ ਵੀਜ਼ਾ ਲੈਣ ਦੇ ਲਈ, ਕਿਉਂਕਿ ਅਲਟੀਮੇਟ ਪ੍ਰੋਸੈਸ ਆਲਰੇਡੀ ਸਲੋ ਹੈ ਜੀ। ਕਿਉਂਕਿ ਅਲਟੀਮੇਟ ਜਿਹੜਾ ਟਾਰਗੇਟ ਹੈ ਉਹ ਚਾਹੇ ਸਟੂਡੈਂਟ ਦਾ ਚਾਹੇ ਉਹ ਕੰਸਲਟੈਂਟ ਦਾ, ਉਹ ਵੀਜ਼ਾ ਹੀ ਹੈ। ਸੋ ਅਪਡੇਟਸ, ਡਿਵੈਲਪਮੈਂਟਸ, ਪਾਲਿਸੀਜ਼ ਇੰਪਲੀਮੈਂਟ ਹੋਣੀਆਂ, ਇਹ ਇੱਕ ਨਾਰਮਲ ਤੇ ਕਾਮਨ ਸਿਸਟਮ ਹੈ ਜਿਹੜਾ ਕਿ ਹਰ ਕੰਟਰੀ ਦੇ ਨਾਲ ਹੁੰਦਾ ਹੈ, ਔਰ ਪ੍ਰੈਜ਼ੈਂਟਲੀ ਜੋ ਆਪਾਂ ਦੇਖ ਰਹੇ ਹਾਂ। ਹੁਣ ਅਗਰ ਗੱਲ ਕਰੀਏ ਤੇ ਆਪਾਂ ਮੋਸਟਲੀ ਗੱਲ ਕਰਦੇ ਹਾਂ, ਬਹੁਤ ਸਾਰੇ ਕੰਸਲਟੈਂਟ ਵੀ ਇਸ ਚੀਜ਼ ਦੇ ਉੱਤੇ ਪੁਆਇੰਟ ਕਰਦੇ ਨੇ ਕਿ ਵੀਜ਼ਾ ਦੇ ਅਪਰੂਵਲ ਦੇ ਵਿੱਚ 2-3 ਪੁਆਇੰਟ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ, ਜਿਹਦੇ ਵਿੱਚ ਪ੍ਰੋਗਰਾਮ ਦਾ ਰੈਲੇਵੈਂਟ ਹੋਣਾ, ਗੈਪ ਦੀ ਜਸਟੀਫਿਕੇਸ਼ਨ ਦੇਣਾ, ਔਰ SOP ਦੀ ਪ੍ਰੈਜ਼ੈਂਸ। ਅੱਜ ਆਪਾਂ ਸਪੈਸੀਫਿਕਲੀ ਗੱਲ ਕਰਾਂਗੇ SOP ਦੇ ਉੱਤੇ। ਆਪਾਂ ਕਈ ਐਪਲੀਕੇਸ਼ਨਸ ਦੇਖਦੇ ਹਾਂ ਦੀਪਕ ਜੀ, ਜਿਹਦੇ ਵਿੱਚ ਸਟੂਡੈਂਟ ਬਿਨਾਂ SOP ਤੋਂ ਵੀ ਵੀਜ਼ਾ ਲੈ ਜਾਂਦਾ ਹੈ, ਤੇ ਕਈ ਵਾਰੀ ਆਪਾਂ ਉਹ ਵੀ ਐਪਲੀਕੇਸ਼ਨਸ ਦੇਖਦੇ ਹਾਂ ਜਿਹਦੇ ਵਿੱਚ ਹਰ ਇੱਕ ਚੀਜ਼ ਸਹੀ ਹੁੰਦੀ ਹੈ, ਅਕੈਡਮਿਕਸ ਬਹੁਤ ਅੱਛੇ ਹੁੰਦੇ ਨੇ, IELTS ਦਾ ਸਕੋਰ ਅੱਛਾ ਹੈ, ਪ੍ਰੋਗਰਾਮ ਵੀ ਜਸਟੀਫਾਈਡ ਲਿਆ ਹੋਇਆ, ਗੈਪ ਵੀ ਕੋਈ ਨਹੀਂ ਹੈ, ਬਟ ਸਟਿਲ ਉਹਦੇ 'ਚ ਵੀਜ਼ਾ ਰਿਜੈਕਸ਼ਨ ਹੈ। ਔਰ ਉਹਦਾ ਵੀਜ਼ਾ ਰਿਜੈਕਸ਼ਨ ਦਾ ਇੱਕ ਕਾਰਨ ਲਿਖਿਆ ਹੁੰਦਾ ਰਿਫਿਊਜ਼ਲ ਦੇ ਉੱਤੇ, that you will not come back to your home country after your completion of studies। this means ਕਿ ਜਦੋਂ ਸਟੂਡੈਂਟ ਨੇ ਹਰ ਇੱਕ ਚੀਜ਼ ਨੂੰ ਜਸਟੀਫਾਈਬਲ ਨੋਟਸ ਦੇ ਉੱਤੇ ਪ੍ਰੋਸੈਸ ਕੀਤਾ, ਉਸ ਪੁਆਇੰਟ ਦੇ ਉੱਤੇ ਉਹਦੀ SOP ਦੇ ਵਿੱਚ ਕਮੀ ਸੀ। ਹੁਣ SOP ਦਾ ਮੀਨਿੰਗ ਕੀ ਹੈ? that is a statement of purpose। ਯਾਨੀ ਕਿ ਜਿਹੜਾ ਐਪਲੀਕੈਂਟ ਹੈ, ਜਿਹੜਾ ਸਟੂਡੈਂਟ ਹੈ, ਇਹ ਉਹਦੀ ਸਟੇਟਮੈਂਟ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ। ਹੁਣ ਉਹਦੇ 'ਚ ਕੀ ਹੁੰਦਾ ਹੈ ਕਿ SOP ਦਾ ਕੰਟੈਂਟ ਕਿੱਦਾਂ ਦਾ ਹੋਣਾ ਚਾਹੀਦਾ ਹੈ, ਕਿੰਨਾ ਕੁ ਰਿਚ ਹੋਣਾ ਚਾਹੀਦਾ ਹੈ। ਕਈ ਵਾਰ ਆਪਾਂ ਦੇਖਦੇ ਹਾਂ ਕਿ ਸਟੂਡੈਂਟ ਦੀ SOP ਜਿਹੜੀ ਹੈ 4-4, 5-5 ਪੇਜਾਂ ਦੀ ਹੁੰਦੀ ਹੈ, ਬਹੁਤ ਜ਼ਿਆਦਾ ਕੰਟੈਂਟ ਨਾਲ ਓਵਰ ਫਲੱਡਡ ਹੁੰਦੀ ਹੈ। ਮੈਂ ਓਵਰ ਫਲੱਡਡ ਵਰਡ ਇਸ ਲਈ ਯੂਜ਼ ਕਰ ਰਿਹਾ ਕਿਉਂਕਿ ਉਨੇ ਪੁਆਇੰਟਸ ਉਹਦੇ ਵਿੱਚ ਚਾਹੀਦੇ ਨਹੀਂ ਹੁੰਦੇ ਜਿੰਨੇ ਉਹਦੇ 'ਚ ਹਾਈਲਾਈਟ ਕੀਤੇ ਗਏ। ਸੋ ਉਸ 4 to 5 ਪੇਜਿਸ ਦੀ ਓਵਰ ਫਲੱਡਡ ਇਨਫੋਰਮੇਸ਼ਨ ਦੇ ਨਾਲ SOP ਜਿਹੜੀ ਹੈ, ਉਹਦੇ 'ਚੋਂ ਵੀਜ਼ਾ ਆਫਿਸਰ ਕੋਈ ਵੀ ਇਨਫਰੈਂਸ ਜਿਹੜਾ ਉਹ ਨਹੀਂ ਕਰ ਸਕਦਾ। ਸੋ ਆਲਮੋਸਟ ਜਿਹੜਾ ਸਟੂਡੈਂਟ ਸਟੇਟਮੈਂਟ ਦੇ ਰਿਹਾ ਉਹ ਇੱਕ ਲਿਮਿਟਿਡ ਵਰਡਸ ਦੀ ਹੋਣੀ ਚਾਹੀਦੀ ਹੈ ਐਂਡ ਟੂ ਦਾ ਪੁਆਇੰਟ ਹੋਣੀ ਚਾਹੀਦੀ ਹੈ। ਇਹ ਫਸਟ ਆਫ ਆਲ ਹੈ SOP ਡਿਜ਼ਾਈਨ ਕਰਨ ਲੱਗਿਆ ਜਿਹੜੀ ਚੀਜ਼ ਖਾਸ ਧਿਆਨ 'ਚ ਰੱਖਣੀ ਹੈ। ਹੋਰ ਕਿਹੜੀਆਂ ਮੇਜਰ ਗਲਤੀਆਂ? ਬਿਲਕੁਲ ਦੀਪਕ ਜੀ, ਇਹ ਹੈ ਜੀ ਪਹਿਲੀ ਚੀਜ਼। ਸੈਕਿੰਡ ਇੰਪੋਰਟੈਂਟ ਚੀਜ਼ ਹੈ, ਹੁਣ ਸਟੂਡੈਂਟ ਜੀ +2 ਤੋਂ ਬਾਅਦ ਅਪਲਾਈ ਕਰ ਰਿਹਾ, ਉਹਦਾ ਓਵਰਆਲ ਸਕੋਰ ਮੰਨ ਲਓ ਜੀ 6 ਹੈ, not less than 5.5 ਐਂਡ 5.5 ਇਨ ਰਾਈਟਿੰਗ ਹੈ। ਦੈਟ ਮੀਨਸ ਕਿ ਉਹ ਕਿਤੇ ਨਾ ਕਿਤੇ ਐਵਰੇਜ ਸਕੋਰਰ ਹੈਗਾ, ਉਹਦੀ ਵੋਕੈਬਲਰੀ, ਗ੍ਰਾਮਰ ਜਿਹੜੀ ਉਹ ਇੱਕ ਐਵਰੇਜ ਹੈ, ਮੋਡੈਸਟ ਹੈ, ਠੀਕ ਹੈ। ਸੋ ਹੁਣ ਉਹਦੇ ਵਿੱਚ ਉਹਨੇ SOP ਲਿਖਾਈ ਹੈ ਜੀ ਕਿਸੇ ਇੱਦਾਂ ਦੇ ਬੰਦੇ ਤੋਂ ਜਿਹਦਾ CLB 10 ਹੈ, ਅਗਰ ਉਹਨੂੰ IELTS ਨਾਲ ਕੰਪੇਅਰ ਕਰੀਏ ਤਾਂ ਉਸ ਪੁਆਇੰਟ ਦੇ ਵਿੱਚ ਉਹਦੀ ਜਿਹੜੀ ਵੋਕੈਬ ਯੂਜ਼ ਕੀਤੀ ਗਈ ਹੈ, ਜਿਹੜੀ ਗ੍ਰਾਮਰ ਯੂਜ਼ ਕੀਤੀ ਗਈ ਹੈ, ਉਹ ਕਿਤੇ ਨਾ ਕਿਤੇ ਇਨਜਸਟੀਫਾਈ ਰਹਿ ਜਾਂਦੀ ਹੈ ਜਦੋਂ ਵੀਜ਼ਾ ਆਫਿਸਰ ਉਸ ਚੀਜ਼ ਨੂੰ ਧਿਆਨ ਦੇ ਨਾਲ, ਗੌਰ ਦੇ ਨਾਲ ਪੜ੍ਹਦਾ ਹੈ। ਸੋ ਉਹ ਵੀ ਇੱਕ ਕਾਰਨ ਹੈ ਕਿ ਜਦੋਂ ਤੁਸੀਂ ਸਟੇਟਮੈਂਟ ਦੇ ਰਹੇ ਹੋ ਸਿੰਪਲ ਵਰਡਸ ਦੇ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਵੀਜ਼ਾ ਆਫਿਸਰ ਨੂੰ ਇੰਪ੍ਰੈਸ ਨਹੀਂ ਕਰਨਾ। You are not to impress the visa officer, you have to present your genuine intentions। तो जिन्नी simple language होणगीਆਂ उन्नी ਉਹਦੀ interpretation ਜਿਹੜੀ ਹੈ ਉਹ valid ਹੋਏਗੀ। ਸੋ ਇਹ ਹੈ ਜੀ ਕਿ SOP ਹੋਣ ਦੇ ਨਾਲ ਉਹਦੀ enrichment ਕਿੱਦਾਂ ਦੀ ਹੋਣੀ ਚਾਹੀਦੀ ਹੈ। ਹੁਣ ਗੱਲ ਆਉਂਦੀ ਹੈ ਕੰਟੈਂਟ ਦੀ
ਕਿ ਉਹਦੇ 'ਚ ਹੋਣਾ ਕੀ ਚਾਹੀਦਾ ਹੈ। ਇਹ ਤਾਂ ਮੈਂ ਦੱਸਦਾ ਵੀ ਕਿੱਦਾਂ ਬਣਾਉਣੀ ਹੈ ਤੇ ਕੀ ਕਿੰਨਾ ਕੁ ਹੋਣਾ ਚਾਹੀਦਾ ਇਨ ਐਕਚੁਅਲ 'ਚ ਕੀ ਚਾਹੀਦਾ। ਬੇਸਿਕਲੀ ਬਹੁਤ ਸਾਰਾ ਸਟੂਡੈਂਟ ਹੈ ਜਿਹੜਾ ਉਹ ਐਕਸਪਲੇਨ ਕਰਦਾ ਜੀ ਕੈਨੇਡਾ ਮੈਂ ਕਿਉਂ ਪੜ੍ਹ ਰਿਹਾ। ਕੈਨੇਡਾ ਇੱਕ ਬਹੁਤ ਵੱਡਾ ਕੰਟਰੀ ਹੈ, ਕੈਨੇਡਾ ਮਲਟੀ ਕਲਚਰ ਕੰਟਰੀ ਹੈ, ਉਹਦੀ ਡਾਇਵਰਸਿਟੀ ਬਹੁਤ ਹੈ। ਹੁਣ ਇੱਕ ਸਟੂਡੈਂਟ ਹੈ ਫੋਰ ਐਗਜ਼ਾਮਪਲ, ਉਹ ਪੜ੍ਹਨ ਜਾ ਰਿਹਾ ਹੈ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ, ਉਹਨੂੰ ਕੈਨੇਡਾ ਦੀ ਡਾਇਵਰਸਿਟੀ ਨਾਲ ਕੀ ਲੈਣਾ ਦੇਣਾ, ਉਹਨੂੰ ਉੱਥੋਂ ਦੇ ਫਲੋਰਾ ਫੌਨਾ ਨਾਲ ਕੀ ਲੈਣਾ ਦੇਣਾ। ਹੁਣ ਉਹਦੀ SOP ਦੇ ਵਿੱਚ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਪਹਿਲਾਂ ਤੁਸੀਂ ਅਕੈਡਮਿਕਸ ਪਹਿਲਾਂ ਇੰਟਰੋਡਕਸ਼ਨ ਬਰੀਫਲੀ ਦਿਓ 2-3-4 ਲਾਈਨਾਂ ਦੇ ਵਿੱਚ, ਦੈਨ ਆਪਣੀ ਪ੍ਰੀਵੀਅਸ ਅਕੈਡਮਿਕਸ ਜੋ ਹੁਣ ਤੱਕ ਅਚੀਵ ਕਰ ਚੁੱਕੇ ਹੋ ਉਹਨੂੰ ਐਕਸਪਲੇਨ ਕੀਤਾ ਜਾਵੇ। ਦੈਨ ਫਰਦਰ ਆਉਂਦਾ ਹੈ ਜੀ ਇੰਟਰਸਟ, ਕਿ ਤੁਸੀਂ ਅਗਰ ਆਪਣੀ ਪ੍ਰੀਵੀਅਸ ਐਜੂਕੇਸ਼ਨ ਜੋ ਵੀ ਅਚੀਵ ਕੀਤੀ ਹੈ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਐਕਸਪੀਰੀਅੰਸ ਹੈ ਜਾਂ ਵਟਐਵਰ ਜੋ ਵੀ ਤੁਹਾਡੀ ਜਸਟੀਫਿਕੇਸ਼ਨ ਹੈ, ਤੇ ਉਸ ਪੂਰੇ ਪ੍ਰੋਸੈਸ ਦੇ ਜ਼ਰੀਏ ਤੁਹਾਡਾ ਇੰਟਰਸਟ ਕਿੱਦਾਂ ਜਨਰੇਟ ਹੋਇਆ, ਕਿੱਦਾਂ ਡਰਾਈਵ ਹੋਇਆ ਤੁਸੀਂ ਇਸ ਪਾਰਟਿਕੂਲਰ ਪ੍ਰੋਗਰਾਮ ਦੇ ਵਿੱਚ ਜਾ ਰਹੇ। ਦੈਨ ਆਪਣੇ ਇੰਟੈਂਡਡ ਪ੍ਰੋਗਰਾਮ ਨੂੰ ਥੋਰੋਲੀ ਐਕਸਪਲੇਨ ਕੀਤਾ ਜਾਵੇ, ਖਾਸ ਤੌਰ ਤੇ ਉਹਦੇ ਕੋਰਸ ਸਟਰਕਚਰ ਨੂੰ ਲੈ ਕੇ, ਮੋਡਿਊਲਸ ਨੂੰ ਲੈ ਕੇ ਜਿਹੜੇ ਮੇਜਰਲੀ ਉਹਦੇ ਉੱਤੇ ਕੰਟੈਂਟ ਫੋਕਸਡ ਨੇ, ਪਲੱਸ ਉਹ ਕਿਹੜੀਆਂ ਸਕਿੱਲਸ ਤੁਹਾਡੇ 'ਚ ਡਿਵੈਲਪ ਕਰਨਗੇ ਔਰ ਤੁਹਾਡੀਆਂ ਸਕਿੱਲਸ ਕਿਸ ਤਰੀਕੇ ਨਾਲ ਤੁਹਾਡੇ ਹੋਮ ਕੰਟਰੀ ਦੇ ਪੜ੍ਹੇ ਹੋਏ ਸਟੂਡੈਂਟ ਦੇ ਕੰਪੈਰੀਜ਼ਨ ਦੇ ਵਿੱਚ ਡਿਸਟਿੰਗੁਇਸ਼ਡ ਕੈਂਡੀਡੇਚਰ ਜਨਰੇਟ ਕਰਨ। ਐਂਡ ਲਾਸਟ ਬਟ ਨਾਟ ਦਾ ਲੀਸਟ, ਪਰਸਪੈਕਟਿਵਸ। ਉਸ ਪ੍ਰੋਗਰਾਮ ਨੂੰ ਕੰਪਲੀਟ ਹੋਣ ਤੋਂ ਬਾਅਦ ਤੁਹਾਡੀਆਂ ਇੰਪਲੋਏਬਿਲਿਟੀ ਸਕਿੱਲਸ ਤੁਹਾਡੇ ਹੋਮ ਕੰਟਰੀ ਦੇ ਵਿੱਚ ਕਿੰਨੀਆਂ ਕੁ ਸਾਊਂਡ ਹੋਣਗੀਆਂ ਔਰ ਤੁਹਾਨੂੰ ਉਹਦਾ ਕੀ ਬੈਨੀਫਿਟ ਰਹੇਗਾ, ਇਹ ਕੰਟੈਂਟਸ ਦੇ ਨਾਲ ਅਗਰ ਕੋਈ ਵੀ ਸਟੂਡੈਂਟ ਆਪਣੀ ਸਟੇਟਮੈਂਟ ਦਿੰਦਾ ਹੈ, ਉਸ ਤੋਂ ਬਾਅਦ ਉਹਦਾ ਪ੍ਰੋਫਾਈਲ ਐਲੀਜੀਬਲ ਹੈ, ਰੈਲੇਵੈਂਟ ਪ੍ਰੋਗਰਾਮ ਹੈ, ਤਾਂ ਦੇਰ ਆਰ ਵੈਰੀ ਲੈਸ ਚਾਂਸਸ ਦੀਪਕ ਜੀ ਕਿ ਉਹਦਾ ਵੀਜ਼ਾ ਰਿਫਿਊਜ਼ ਹੋਵੇ। ਸੋ ਦੋਸਤੋ, SOP ਦੇ ਬਾਰੇ ਜਗਪ੍ਰੀਤ ਜੀ ਨੇ ਬਹੁਤ ਇੰਪੋਰਟੈਂਟ ਗੱਲਾਂ ਦੱਸੀਆਂ। ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈ ਕਿਸੇ ਵੀ ਵੀਜ਼ਾ ਲਈ ਅਪਲਾਈ ਕਰਨ ਵਾਲੀ ਫਾਈਲ ਦਾ। ਤੁਸੀਂ SOP ਚਾਹੇ ਆਪ ਬਣਾਉਣੇ ਹੋ ਚਾਹੇ ਤੁਹਾਡਾ ਕੰਸਲਟੈਂਟ ਬਣਾਉਂਦਾ, ਇਹ ਸਾਰੇ ਪੁਆਇੰਟਸ ਦਾ ਧਿਆਨ ਤੁਸੀਂ ਜ਼ਰੂਰ ਰੱਖੋ। ਜੇ ਕੰਸਲਟੈਂਟ ਤੋਂ ਵੀ ਬਣਵਾਉਂਦੇ ਹੋ ਤਾਂ ਇੱਕ ਵਾਰੀ ਆਪ ਜ਼ਰੂਰ ਸਟੱਡੀ ਕਰੋ ਤੇ ਦੇਖੋ ਕਿ ਇਹ ਸਾਰੇ ਐਸਪੈਕਟਸ ਉਹਦੇ ਦੇ ਵਿੱਚ ਕਵਰ ਹੋਣ। ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਨ ਡੈਪਥ ਇਨਫੋਰਮੇਸ਼ਨ ਇਸ ਤਰੀਕੇ ਦੀ ਅਸੀਂ ਰੈਗੂਲਰਲੀ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਦੇ ਹਾਂ, ਜਿਹਦੇ ਨਾਲ ਕਿਤੇ ਨਾ ਕਿਤੇ ਤੁਹਾਡੀ ਵੀਜ਼ਾ ਐਕਸੈਪਟੈਂਸ ਦੀ ਜਿਹੜੀ ਪੋਸਿਬਿਲਿਟੀ ਆ ਵੱਧ ਸਕੇ। ਧੰਨਵਾਦ। ਥੈਂਕ ਯੂ ਜੀ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।